ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰਿ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੇ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਣੀ, ਮਰਦ ਅਗੰਮੜੇ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਖਾਲਸਾ, ਗੁਰ ਸੰਗਤ ਜੀਓ। ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਚਰਨ ਪਰਸ ਕੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦਿਆਂ ਸਾਹਿਬਾਂ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਬਾਣੀ ਅੰਮ੍ਰਿਤ ਬਾਣੀ ਦੀ ਅੱਜ ਇਤਿਹਾਸਕ ਮਹਾਨ ਦਿਨ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹੋ ਜਿਹੀ ਮਹਾਨ ਆਤਮਾ ਗੁਰਮੁਖ ਪਿਆਰੇ ਸਿੱਖ ਕੌਮ ਵੱਲੋਂ ਜਿਨ੍ਹਾਂ ਨੂੰ ਬੜਾ ਨਾਮਣਾ ਤੇ ਮਾਨ ਬਖਸ਼ਿਸ਼ ਕੀਤਾ ਗਿਆ, ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ। ਜਿਨ੍ਹਾਂ ਨੇ ਪੰਥ ਵਾਸਤੇ ਬਹੁਤ ਵੱਡੀ ਘਾਲਣਾ ਘਾਲੀ, ਵੱਡੀ ਸੇਵਾ ਕੀਤੀ। ਘੱਲੂਘਾਰਿਆਂ ਦੇ ਅੰਦਰ ਬੜੀ ਭਾਰੀ ਸੂਰਮਗਤੀ ਨਾਲ, ਬਹਾਦਰੀ ਨਾਲ ਵੈਰੀਆਂ ਦਾ, ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾ ਕਰਕੇ ਹਮੇਸ਼ਾ ਹੀ ਜ਼ਬਰ ਜ਼ੁਲਮ ਅਨਿਆਂ ਧੱਕੇ ਦੇ ਵਿਰੁੱਧ ਲੜਨ ਵਾਸਤੇ ਪ੍ਰੇਰਨਾ ਕਰਦੇ ਰਹੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਸਾਡੇ ਮਾਤਾ ਜੀ, ਮਾਤਾ ਸੁੰਦਰ ਕੌਰ ਜੀ, ਜਿਨ੍ਹਾਂ ਦੀ ਦੇਖ ਰੇਖ ਵਿੱਚ ਉਹਨਾਂ ਦਾ ਬਚਪਨ ਬਤੀਤ ਹੋਇਆ। ਸੰਨ 1718 ਦੇ ਅੰਦਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਤਕਰੀਬਨ 10 ਸਾਲ ਬਾਅਦ ਵਿੱਚ ਭਾਈ ਬਦਰ ਸਿੰਘ ਦੇ ਗ੍ਰਹਿ ਵਿਖੇ ਆਹਲੂਵਾਲ ਨਗਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਨਗਰ ਦੇ ਨਾਮ ਤੋਂ ਆਹਲੂਵਾਲੀਆ ਉਹਨਾਂ ਦੀ ਅੱਲ ਪ੍ਰਸਿੱਧ ਹੋਈ। ਆਹਲੂਵਾਲੀਆ ਮਿਸਲ ਬੜੀ ਪ੍ਰਸਿੱਧ ਹੋਈ 12 ਮਿਸਲਾਂ ਦੇ ਵਿੱਚੋਂ। ਧੰਨ ਮਾਤਾ ਸੁੰਦਰੀ ਜੀ ਦੀ ਚਰਨ ਸ਼ਰਨ ਵਿੱਚ ਰਹਿ ਕਰਕੇ ਅੰਮ੍ਰਿਤ ਬਾਣੀ ਦੀ ਸੰਥਿਆ, ਕੀਰਤਨ ਦੀ ਸਿਖਲਾਈ ਹਾਸਲ ਕੀਤੀ। ਮਾਤਾ ਸੁੰਦਰ ਕੌਰ ਜੀ ਕਈ ਘੰਟੇ ਸਰਦਾਰ ਜੱਸਾ ਸਿੰਘ ਕੋਲੋਂ ਬਚਪਨ ਦੇ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਸਨ।
ਜਿਨ੍ਹਾਂ ਦੀ ਆਵਾਜ਼ ਵਿੱਚ ਬੜੀ ਮਿਠਾਸ ਰਸ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ। ਔਰ ਆਪਣੀ ਮਾਤਾ ਸਮੇਤ ਕਈ ਸਾਲ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਦੇ ਕੋਲ ਰਹਿ ਕਰਕੇ ਗੁਰਮਤਿ ਦੀ ਸਿੱਖਿਆ ਦੀਕਸ਼ਾ ਪ੍ਰਾਪਤ ਕਰਕੇ ਗੁਰਮਤਿ ਸਿਧਾਂਤਾਂ ਦੇ ਅੰਦਰ ਨਿਪੁੰਨ ਹੋਏ। ਅਖੀਰ ਪੰਥ ਦੀ ਕਚਹਿਰੀ, ਪੰਥ ਦੇ ਦਰਬਾਰ ਵਿੱਚ ਮਾਤਾ ਜੀ ਨੇ ਉਹਨਾਂ ਨੂੰ ਅਰਪਣ ਕੀਤਾ। ਸਰਦਾਰ ਕਪੂਰ ਸਿੰਘ ਜੀ, ਉਹ ਕਪੂਰ ਸਿੰਘ ਜੀ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਿਆ ਕਰਦੇ ਸਨ, ਘੋੜਿਆਂ ਦੀ ਲਿੱਦ ਚੁੱਕਣ ਦੀ ਜਿਨ੍ਹਾਂ ਦੀ ਵੱਡੀ ਸੇਵਾ ਸੀ। ਪੰਥ ਨੇ ਉਹਨਾਂ ਨੂੰ ਮਾਣ ਦਿੰਦਿਆਂ ਹੋਇਆਂ ਲਾਹੌਰ ਦਰਬਾਰ ਵੱਲੋਂ ਆਈ ਹੋਈ ਨਵਾਬੀ ਜਿਹੜੀ ਸੀ ਉਹ ਪ੍ਰਵਾਨ ਕਰਨ ਦਾ ਹੁਕਮ ਕੀਤਾ। ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੇ ਗੁਰੂ ਕੇ ਖਾਲਸੇ ਪੰਥ ਦਾ ਹੁਕਮ ਮੰਨ ਕਰਕੇ ਨਵਾਬੀ ਹਾਸਲ ਕੀਤੀ। ਸਰਦਾਰ ਜੱਸਾ ਸਿੰਘ ਨੂੰ ਉਹਨਾਂ ਨੇ ਆਪਣਾ ਪੁੱਤਰ ਬਣਾ ਕਰਕੇ ਹਰ ਤਰ੍ਹਾਂ ਦੀ ਵਿੱਦਿਆ ਵਿੱਚ ਨਿਪੁੰਨ ਕੀਤਾ। ਅਤੇ ਉਹਨੇ ਇੱਕ ਬਚਨ ਕਿਹਾ ਸੀ, ਜੱਸਾ ਸਿੰਘ ਇਹ ਪੰਥ ਬੜਾ ਮਹਾਨ ਹੈ। ਇਸ ਪੰਥ ਨੇ ਇਸ ਦਾਸ ਕਪੂਰ ਸਿੰਘ ਨੂੰ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬ ਦਾ ਖਿਤਾਬ ਬਖਸ਼ਿਸ਼ ਕਰ ਦਿੱਤਾ। ਨਵਾਬੀ ਦੇ ਦਿੱਤੀ ਹੈ, ਤੈਨੂੰ ਬਾਦਸ਼ਾਹ ਦਾ ਖਿਤਾਬ ਦੇਣਗੇ। ਇਹ ਸਰਦਾਰ ਕਪੂਰ ਸਿੰਘ ਦੇ ਬਚਨ ਸਨ ਜੋ ਪੰਥ ਨੇ ਇੱਕ ਦਿਨ ਸੱਚ ਕਰ ਦਿੱਤੇ। ਪੰਥ ਦੇ ਅੰਦਰ ਇੰਨਾ ਨਾਮਨਾ, ਇੰਨੀ ਵਡਿਆਈ ਉਹਨਾਂ ਨੂੰ ਪ੍ਰਾਪਤ ਹੋਈ ਕਿ ਪੰਥ ਨੇ ਉਹਨਾਂ ਨੂੰ ਸੁਲਤਾਨ ਉਲ ਕੌਮ, ਕੌਮ ਦਾ ਸ਼ਾਹਿਨਸ਼ਾਹ, ਕੌਮ ਦਾ ਮਹਾਨ ਬਾਦਸ਼ਾਹ ਹੋਣ ਦਾ ਰੁਤਬਾ, ਪਦਵੀ ਬਖਸ਼ਿਸ਼ ਕੀਤੀ। ਵੱਡੇ ਘੱਲੂ ਘਾਰੇ ਦੇ ਵਿੱਚ 22 ਫੱਟ ਉਹਨਾਂ ਦੇ ਸਰੀਰ 'ਤੇ ਲੱਗੇ। ਜਦੋਂ ਆ ਕਰਕੇ ਗੁਰਮੁਖ ਸਿੰਘ ਦੇ ਨਾਮ ਦੇ ਸਿੱਖ ਨੇ ਘੋੜੇ ਨੂੰ ਚਾਬਕ ਮਾਰਿਆ, ਘੋੜਾ ਥੱਕ ਚੁੱਕਾ ਸੀ। ਇੰਨਾ ਭਾਰੀ ਯੁੱਧ ਸਰਦਾਰ ਜੱਸਾ ਸਿੰਘ ਨੇ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਗੁਰਮੁਖ ਸਿੰਘ ਐਸਾ ਨਾ ਕਰ, ਕੱਲ੍ਹ ਨੂੰ ਪੰਥ ਕਹੇਗਾ ਕਿ ਘੋੜਾ ਨਠਾਏ ਜੱਸਾ ਸਿੰਘ ਨੱਠਾ, ਸਾਰਾ ਪੰਥ ਕਰੇ ਮੋਹਿ ਠੱਠਾ। ਮੈਂ ਕੱਲ੍ਹ ਨੂੰ ਕਿਸੇ ਦੇ ਕੋਲੋਂ ਮਖੌਲ ਨਹੀਂ ਕਰਵਾਉਣਾ ਚਾਹੁੰਦਾ ਕਿ ਕੋਈ ਮੈਨੂੰ ਟੀਚਰ ਕਰਕੇ ਕਹੇ ਕਿ ਪੰਥ ਦਾ ਸੇਵਾਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੰਥ 'ਤੇ ਭੀੜ ਪਈ ਅਤੇ ਆਪਣਾ ਘੋੜਾ ਭਜਾ ਕੇ ਨੱਸ ਗਿਆ। ਜੰਗਾਂ ਯੁੱਧਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਰਦਾਰ ਮਤਾਬ ਸਿੰਘ ਜੀ ਮੀਰਾਂਕੋਟ ਵਾਲੇ, ਦੁਸ਼ਟ ਮੱਸੇ ਰੰਘੜ ਦਾ ਜਿੰਨਾ ਸਿਰ ਲਾਇਆ ਸੀ, ਉਹਦਾ ਪੋਤਰਾ ਭਾਈ ਰਤਨ ਸਿੰਘ ਭੰਗੂ ਲਿਖਦਾ ਹੈ ਕਿ 22 ਘਾਵ ਜੱਸਾ ਸਿੰਘ ਖਾਏ, ਤੋ ਵੀ ਸਿੰਘ ਜੀ ਲੜ ਤੋਂ ਜਾਏ। ਵੱਡੇ ਘੱਲੂ ਘਾਰੇ ਦੇ ਅੰਦਰ ਸਰਦਾਰ ਜੱਸਾ ਸਿੰਘ ਦੇ ਸਰੀਰ ਉੱਪਰ ਵੱਡੇ ਗਹਿਰੇ 22 ਫੱਟ ਲੱਗੇ। ਭਾਈ ਰਤਨ ਸਿੰਘ ਭੰਗੂ ਦੇ ਬਜ਼ੁਰਗ ਵੀ ਉਸ ਘੱਲੂ ਘਾਰੇ ਵਿੱਚ ਸਨ, ਪਰ ਫਿਰ ਵੀ ਉਹ ਕਹਿੰਦੇ ਕਿ ਸਰਦਾਰ ਜੱਸਾ ਸਿੰਘ ਪੀੜਾ ਦਰਦ ਨੂੰ ਨਾ ਮਨਾਉਂਦਾ ਹੋਇਆ ਲੜਦਾ ਜਾਂਦਾ ਹੈ। ਜਦੋਂ ਸਰਦਾਰ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਨੇ ਆਪਣੀ ਰਾਏ ਸਲਾਹ ਦਿੱਤੀ ਕਿ ਸਰਦਾਰ ਜੱਸਾ ਸਿੰਘ ਜੀ, ਜਿਵੇਂ ਅਹਿਮਦ ਸ਼ਾਹ ਅਬਦਾਲੀ ਸਰਹੰਦ ਦੇ ਸੂਬੇਦਾਰ ਔਰ ਮਲੇਰਕੋਟੀਆਂ ਨੇ ਜਥੇ ਬਣਾ ਕਰਕੇ ਸਾਨੂੰ ਘੇਰਾ ਪਾਇਆ ਹੈ, ਸਾਡਾ ਭਾਰੀ ਨੁਕਸਾਨ ਕਰ ਰਹੇ, ਸਾਨੂੰ ਇਸੇ ਤਰ੍ਹਾਂ ਹੀ ਜਥਿਆਂ ਦੇ ਰੂਪ ਵਿੱਚ ਵੈਰੀ ਦਾ ਟਾਕਰਾ ਕਰਨਾ ਚਾਹੀਦਾ ਹੈ। ਤਾਂ ਸਰਦਾਰ ਜੱਸਾ ਸਿੰਘ ਨੇ ਉਸ ਸਮੇਂ ਉਹ ਪੰਥ ਦੀ ਅਗਵਾਈ ਕਰ ਰਹੇ ਸਨ। ਉਹ ਕਹਿਣ ਲੱਗੇ, ਮਿਸਲ ਵੰਡ ਅਬ ਕਬੂ ਨਾ ਪਾਹੋ, ਰਾਲ ਤੁਲ ਖੜ ਮਿਲ ਪੰਥ ਬਚਾਵੋ। ਸਾਡਾ ਪੰਥ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਪੰਥ ਨਾ ਰਿਹਾ ਤੇ ਕਿਹਾ ਸੀ ਕਿ ਗ੍ਰੰਥ ਨੂੰ ਕੌਣ ਮੰਨੇਗਾ। ਗ੍ਰੰਥ ਨੂੰ ਮੱਥਾ ਟੇਕਣ ਵਾਲੇ, ਗ੍ਰੰਥ ਦੀਆਂ ਪ੍ਰਕਰਮਾਂ ਕਰਨ ਵਾਲੇ ਆਈ ਕੋਈ ਨਾ ਬਚਿਆ ਤੇ ਫਿਰ ਗ੍ਰੰਥ ਮਹਾਰਾਜ ਜੀ ਦੀ ਪੂਜਾ ਕਿਵੇਂ ਹੋਵੇਗੀ। ਇਸ ਵਾਸਤੇ ਪੰਥ ਤੇ ਗ੍ਰੰਥ ਦੋਵੇਂ ਸੰਸਾਰ ਵਿੱਚ ਚੱਲਣੇ ਚਾਹੀਦੇ ਹਨ। ਪੰਥ ਬਚਾਉਣਾ ਜ਼ਰੂਰੀ ਹੈ। ਸੋ ਸਰਦਾਰ ਚੜ੍ਹਤ ਸਿੰਘ ਨੂੰ ਕਿਹਾ ਕਿ ਅਸੀਂ ਆਪਣਾ ਢੰਗ ਤਰੀਕਾ ਅਪਣਾਉਣਾ ਹੈ ਕਿ ਸਾਡੇ ਪੰਥ ਦਾ ਬਚਾਅ ਕਿਵੇਂ ਹੋਵੇ।
ਇਸ ਘੱਲੂ ਘਾਰੇ ਦੇ ਅੰਦਰ ਲਗਭਗ 50-55 ਗੁਰੂ ਕੇ ਸਿੱਖਾਂ ਦੀ ਗਿਣਤੀ ਸੀ। ਇੱਕੇ ਦਿਨ ਵਿੱਚ ਹੀ 35,000 ਗੁਰੂ ਕੇ ਸਿੱਖ ਸਿੰਘਣੀਆਂ ਬਜ਼ੁਰਗ ਮਾਤਾਵਾਂ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਗਏ। ਪੰਥ ਨੇ ਇਸ ਭਿਆਨਕ ਵਰਤਾਰੇ ਨੂੰ ਵੱਡੇ ਘੱਲੂ ਘਾਰੇ ਦਾ ਨਾਮ ਦਿੱਤਾ, ਜੋ ਸੰਨ 1762 ਈਸਵੀ ਵਿੱਚ 6 ਫਰਵਰੀ ਨੂੰ ਹੋਇਆ। ਗੁਜਰਵਾਲ ਨਗਰ ਦੇ ਨੇੜਿਓਂ ਆਰੰਭ ਹੋ ਕੇ ਕੋਪਰਹੀੜਾ ਗਹਿਲ ਪਿੰਡ ਵਿੱਚ ਜਾ ਕੇ ਸਮਾਪਤ ਹੋਇਆ। ਜਾਂ 60 ਕਿਲੋਮੀਟਰ ਦੇ ਏਰੀਏ ਵਿੱਚ ਲਾਸ਼ਾਂ ਹੀ ਲਾਸ਼ਾਂ ਦੇ ਸਥਰ ਵਿਛ ਗਏ। ਪਰ ਪੰਥ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰਿਹਾ। ਜਦੋਂ ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਯੋਗ ਅਗਵਾਈ ਵਿੱਚ ਪੰਥ ਵਿਚਰਦਾ ਸੀ। ਸ਼ਾਮਾਂ ਦੇ ਦੀਵਾਨ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਸੱਜੇ ਸਨ ਤਾਂ ਇੱਕ ਨਿਹੰਗ ਸਿੰਘ ਉੱਚੀ ਉੱਚੀ ਕਹਿ ਰਿਹਾ ਸੀ ਕਿ ਤਤ ਖਾਲਸਾ ਰਹਿ ਗਇਓ ਸਖੋਟ ਗਵਾਏ। ਤਤ ਖਾਲਸਾ ਬਚ ਗਿਆ ਹੈ, ਖੋਟ ਹੀ ਗਵਾਚੀ ਹੈ। ਸੋਨੇ ਵਿੱਚੋਂ ਮੈਲ ਚਲੀ ਜਾਏ, ਸੋਨਾ ਹੋਰ ਚਮਕਦਾ ਹੈ। ਇਹ ਗੁਰੂ ਕੇ ਸਿੱਖਾਂ ਦੀ ਚੜ੍ਹਦੀ ਕਲਾ ਇਹਨਾਂ ਸ਼ਬਦਾਂ ਤੋਂ ਪ੍ਰਤੀਤ ਹੁੰਦੀ ਕਿ ਇਹਨਾਂ ਨੁਕਸਾਨ ਹੋ ਜਾਣ ਤੋਂ ਬਾਅਦ ਵੀ ਗੁਰੂ ਕੇ ਖਾਲਸ ਨਮੋਸ਼ੀ ਵਿੱਚ ਆਉਣ ਦੀ ਥਾਂ, ਦੁਖੀ ਹੋਣ ਦੀ ਥਾਂ, ਪਰੇਸ਼ਾਨ ਹੋਣ ਦੀ ਥਾਂ, ਪਛਤਾਉਣ ਦੀ ਥਾਂ ਸਗੋਂ ਚੜ੍ਹਦੀਆਂ ਕਲਾ ਵਿੱਚ ਵਿਚਰ ਰਹੇ ਹਨ। ਸੋ ਇਹੋ ਜਿਹੇ ਵਿਖੜੇ ਸਮੇਂ 'ਤੇ ਪੰਥ ਦੀ ਅਗਵਾਈ ਕਰਨ ਵਾਲੇ ਅਨੇਕਾਂ ਸਰੀਰ ਉੱਪਰ ਫੱਟ ਖਾ ਕਰਕੇ ਵੀ ਪੰਥ ਨੂੰ ਕਦੀ ਪਿੱਠ ਨਾ ਵਿਖਾਉਣ ਵਾਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨ ਉਲ ਕੌਮ, ਕੌਮ ਦੇ ਬਾਦਸ਼ਾਹ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ, ਜਿਨ੍ਹਾਂ ਨੇ ਪੰਥ ਵਾਸਤੇ ਆਪਣਾ ਸਮੁੱਚਾ ਜੀਵਨ ਹੀ ਲਾ ਦਿੱਤਾ। ਵੱਡੀਆਂ ਸੇਵਾਵਾਂ ਕਰਦਿਆਂ ਵੱਡੀਆਂ ਘਾਲਣਾ ਘਾਲੀਆਂ। ਇਹੋ ਜਿਹੀ ਮਹਾਨ ਪਾਕ ਪਵਿੱਤਰ ਆਤਮਾ ਗੁਰਮੁਖ ਪਿਆਰੇ ਗੁਰੂ ਪੰਥ ਤੋਂ, ਗੁਰੂ ਗ੍ਰੰਥ ਤੋਂ ਵਰਸਾਏ ਹੋਏ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦੇ ਜਨਮ ਦਿਹਾੜੇ ਦੀ, ਉਹਨਾਂ ਦੇ ਆਗਮਨ ਦਿਵਸ ਦੀ ਆਪ ਗੁਰੂ ਹੋਵੇ। ਜੋ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਚੱਲ ਰਹੀ ਹੈ, ਸੱਚੇ ਪਾਤਸ਼ਾਹ ਦੇ ਪਾਤਾਂ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਉਪਦੇਸ਼ ਸ੍ਰੀ ਰਾਗ ਦੇ ਦੁਆਰਾ ਜਿਵੇਂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਸਾਰੇ ਜਪੀਏ ਵਾਹਿਗੁਰੂ ਸਤਨਾਮ ਸ੍ਰੀ ਰਾਗ
ਮਹਲਾ ਮਨ ਭੁਲਾਈਐ ਭੂਲੀ ਠੌਰ ਨ ਕਾਏ। ਗਰੀਬ ਨਵਾਜ ਜਗਤ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਜੀ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਮਨਮੁਖ ਵਿਅਕਤੀ ਦੀ ਜੀਵ ਰੂਪ ਇਸਤਰੀ ਦੀ ਹਾਲਤ ਨੂੰ ਅਵਸਥਾ ਨੂੰ ਬਿਆਨ ਕਰਦਿਆਂ ਹੋਇਆਂ ਨਾਲ ਨਾਲ ਉਸ ਦੇ ਜੀਵਨ ਵਿੱਚ ਕਿਵੇਂ ਸੁਧਾਰ ਹੋ ਸਕਦਾ ਹੈ, ਜੀਵਨ ਉਹਦਾ ਕਿਵੇਂ ਸਫਲ ਹੋ ਸਕਦਾ ਹੈ। ਜਾਈ ਹੈ ਇੱਕ ਬੜੀ ਕੀਤੀ ਹੈ ਕਿ ਆਤਮ ਮਾਰਗ ਦੀ ਬੰਦਗੀ ਦਾ ਰਸਤਾ, ਆਤਮ ਸਰੂਪ ਦਾ ਮਾਰਗ ਇਹ ਗੁਰੂ ਤੋਂ ਬਿਨਾ ਨਹੀਂ ਹੱਥ ਆਉਂਦਾ, ਨਹੀਂ ਸਮਝਿਆ ਜਾਂਦਾ, ਨਹੀਂ ਦਿਸਦਾ। ਇਸ ਮਾਰਗ ਤੇ ਚੱਲਣ ਤੋਂ ਬਿਨਾ ਮਨੁੱਖ ਅੰਨਾ ਅਗਿਆਨੀ ਹੈ, ਕਿਉਂਕਿ ਮਨ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ, ਗਿਆਨ ਕੋਲ ਨਹੀਂ ਹੈ। ਅੱਜ ਦਾ ਜਿਹੜਾ ਸ਼ਬਦ ਹੈ ਇਸ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਖਾਸ ਕਰਕੇ ਤਿੰਨਾਂ ਪਦਾਰਥਾਂ ਦਾ ਜ਼ਿਕਰ ਕੀਤਾ ਹੈ ਔਰ ਸਾਨੂੰ ਸਮਝਾ ਦਿੱਤਾ ਹੈ ਕਿ ਉਹ ਪਦਾਰਥ ਕਿੰਨੇ ਵੱਡਮੁੱਲੇ ਹਨ। ਪੰਕਤੀ ਹੈ ਗਿਆਨ ਪਦਾਰਥ ਖੋਇਆ। ਗਿਆਨ ਰੂਪੀ ਪਦਾਰਥ ਜਿਹੜਾ ਹੈ ਉਹ ਖੋ ਦਿੱਤਾ, ਗਵਾ ਦਿੱਤਾ। ਪੰਜਵਾਂ ਬੰਦ ਹੈ ਉਹਦੇ ਵਿੱਚ ਲਿਖਿਆ ਹੈ ਪ੍ਰੇਮ ਪਦਾਰਥ ਪਾਈਏ। ਪ੍ਰੇਮ ਵੀ ਪਦਾਰਥ ਹੈ, ਗਿਆਨ ਵੀ ਪਦਾਰਥ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਤੋਂ ਅਗਲੇ ਬੰਦ ਦੇ ਵਿੱਚ ਜ਼ਿਕਰ ਕੀਤਾ ਹੈ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ। ਇੱਥੇ ਹੁਣ ਤਿੰਨਾਂ ਹੀ ਚੀਜ਼ਾਂ ਦਾ, ਛਾਇਆਂ ਦਾ ਜ਼ਿਕਰ ਕਰਕੇ ਗੁਰੂ ਸਾਹਿਬ ਨੇ ਉਹਨਾਂ ਦੇ ਨਾਲ ਪਦਾਰਥ ਸ਼ਬਦ ਲਿਖਿਆ ਹੈ। ਗਿਆਨ ਪਦਾਰਥ ਦਾ ਕੱਲ੍ਹ ਵੀ ਜ਼ਿਕਰ ਆਇਆ ਸੀ ਕਿ ਮਨਮੁਖ ਜੀਵ ਜਿਹੜੇ ਨੇ ਉਹ ਸੰਸਾਰ ਦੀ ਖੇਡ ਵਿੱਚ ਹੀ ਖਚਿਤ ਹੋ ਕਰਕੇ ਗਿਆਨ ਰੂਪੀ ਪਦਾਰਥ ਨੂੰ ਗਵਾ ਬੈਠਦੇ ਹਨ ਅਤੇ ਇਸ ਤਰ੍ਹਾਂ ਸੰਸਾਰ ਤੋਂ ਤੁਰ ਜਾਂਦੇ। ਚੱਲੇ ਜੁਆਰੀ ਦੋਏ ਹੱਥ ਝਾਰ, ਜਿਵੇਂ ਜੂਏ ਵਿੱਚ ਹਾਰਿਆ ਹੋਇਆ ਵਿਅਕਤੀ ਹੱਥਾਂ ਨੂੰ ਝਾੜਦਾ, ਮਲਦਾ, ਪਛਤਾਵਾ ਕਰਦਾ ਹੋਇਆ ਮੂੰਹ ਲਟਕਾ ਕੇ ਘਰ ਨੂੰ ਆ ਜਾਂਦਾ ਹੈ। ਇਸੇ ਤਰ੍ਹਾਂ ਜੀਵਨ ਦੀ ਬਾਜੀ ਹਾਰਨ ਕਰਕੇ ਇਹ ਜੀਵ ਰੂਪੀ ਪੰਛੀ ਇਸ ਸੰਸਾਰ ਸਰੋਵਰ ਦੇ ਤਲ ਤੋਂ ਉਡਾਰੀ ਮਾਰ ਕੇ ਪਰਲੋਕ ਨੂੰ ਜਾਂਦਾ ਹੈ। ਮਨਮੁਖ ਦੀ ਇਹ ਵਿਥਿਆ ਹੈ। ਅੱਜ ਵੀ ਸਾਹਿਬਾਂ ਨੇ ਮਨਮੁਖ ਦੀ ਵਿਥਿਆ ਵਰਣਨ ਕਰਦਿਆਂ ਨਿਰਾਸ਼ਤਾ ਪੱਲੇ ਨਹੀਂ ਪਾਈ। ਇਹ ਨਹੀਂ ਕਿਹਾ ਕਿ ਤੁਸੀਂ ਬਿਮਾਰ ਬੜੇ ਜੇ ਤੇ ਤੁਸੀਂ ਨਹੀਂ ਜੇ ਹੁਣ ਬਚਣਾ, ਬਸ ਤੁਹਾਡੇ ਅੰਤਲੇ ਸਾਹ ਹੀ ਬਾਕੀ ਨਹੀਂ। ਗੁਰਮਤਿ ਕਦੀ ਕਿਸੇ ਨੂੰ ਨਿਰਾਸ਼ ਨਹੀਂ ਕਰਦੀ। ਗੁਰਮਤਿ ਵਿੱਚ ਨਿਰਾਸ਼ਾ ਹੈ ਹੀ ਨਹੀਂ, ਇੱਥੇ ਹੈ ਹੀ ਸਦਾ ਆਨੰਦ ਖੇੜਾ ਚੜ੍ਹਦੀ ਕਲਾ ਹੈ। ਜੇਕਰ ਸਾਹਿਬਾਂ ਨੇ ਨੈਗੇਟਿਵ ਪੱਖ ਦਾ, ਊਣਤਾਈਆਂ ਘਾਟਾਂ ਦਾ ਜ਼ਿਕਰ ਕੀਤਾ ਹੈ ਤੇ ਮਨੁੱਖ ਉਚਾਈਆਂ ਬੁਲੰਦੀਆਂ ਨੂੰ ਕਿਵੇਂ ਛੂਹ ਸਕਦਾ ਹੈ, ਪੋਜ਼ਿਟਿਵ ਪੱਖ ਵਿੱਚ ਕਿਵੇਂ ਪਹੁੰਚ ਸਕਦਾ, ਇਹ ਹਰ ਤਰੀਕਾ ਤੇ ਉਪਾਅ ਗੁਰੂ ਪਾਤਸ਼ਾਹ ਨੇ ਖੋਲ੍ਹ ਕਰਕੇ ਬਾਣੀ ਦੇ ਅੰਦਰ ਵਰਣਨ ਕਰ ਦਿੱਤਾ ਹੈ ਕਿ ਕੋਈ ਆਤਮ ਮਾਰਗ ਦਾ ਪਾਂਦੀ ਨਿਰਾਸ਼ ਨਾ ਹੋਵੇ, ਉਦਾਸੀ ਦੇ ਆਲਮ ਵਿੱਚ ਨਾ ਚਲਿਆ ਜਾਏ ਕਿ ਹੁਣ ਮੇਰਾ ਕੀ ਬਣੇਗਾ। ਨਹੀਂ, ਗੁਰੂ ਸਾਹਿਬ ਕਹਿੰਦੇ ਜੇ ਕੋ ਡੂਬੈ ਫਿਰ ਹੋਵੇ ਸਾਰ। ਕੋਈ ਡੋਬੀ ਜਾਵੇ ਨਾ ਵਿਕਾਰਾਂ ਵਿੱਚ, ਉਹਦੀ ਵੀ ਸਾਰ ਸੰਭਾਲ ਹੋ ਸਕਦੀ ਹੈ, ਉਹ ਬਚ ਸਕਦਾ ਹੈ। ਕਦੋਂ? ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਏ, ਆਪਣਾ ਆਪਾ ਭਾਵ ਤਿਆਗ ਦੇਵੇ। ਰਹਾਉ ਵਾਲੇ ਬੰਦ ਵਿੱਚ ਮਨਮੁਖ ਜੀਵ ਰੂਪ ਇਸਤਰੀ ਕਿਉਂ ਭੁੱਲੀ, ਉਹਦਾ ਭੁੱਲ ਦਾ ਕਾਰਨ ਕੀ ਹੈ, ਉਹ ਸਾਹਿਬਾਂ ਨੇ ਖੋਲ੍ਹ ਕੇ ਵਿਆਖਿਆ ਕੀਤੀ ਹੈ। ਬਾਣੀ ਅੰਦਰ ਬੜੇ ਥਾਵਾਂ 'ਤੇ ਇਸ ਪ੍ਰਕਰਨ ਨੂੰ, ਇਸ ਸਿਧਾਂਤ ਨੂੰ ਗੁਰੂ ਸਾਹਿਬ ਜੀ ਨੇ ਖੋਲ੍ਹਿਆ ਹੈ। ਸੋ ਪਹਿਲੀ ਪੰਕਤੀ ਦੁਆਰਾ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਦੇ ਦੁਆਰਾ ਪਹਿਲੇ ਪਾਤਸ਼ਾਹ ਫਰਮਾ ਰਹੇ ਨੇ ਮਨਮੁਖ ਭੁੱਲੈ। ਭੁੱਲੇ ਦਾ ਅਰਥ ਹੈ ਭੁੱਲੇ ਹੋਏ, ਅਤੇ ਭੁੱਲਣ ਦਾ ਅਰਥ ਕਿ ਜਿਹੜੇ ਭਟਕ ਗਏ ਨੇ, ਰਾਹ ਤੋਂ ਖੁੰਝ ਗਏ ਹਨ, ਔਂਜਲੇ ਰਾਹਾਂ 'ਤੇ ਪਾਂਧੀ ਬਣ ਗਏ।
ਭੁੱਲੇ ਕਿਉਂ ਨੇ ਭੁਲਾਈਐ। ਸਾਹਿਬ ਕਹਿੰਦੇ ਮਾਇਆ ਨੇ ਉਹਨਾਂ ਨੂੰ ਭੁਲਾਈਏ ਭੁਲਾ ਦਿੱਤਾ ਹੈ। ਮਾਇਆ ਦੇ ਰਾਹ ਤੇ ਤੁਰਨ ਕਰਕੇ ਉਹ ਆਪਣੇ ਆਤਮ ਸਰੂਪ ਵੱਲੋਂ ਭਾਉ ਭਗਤੀ ਤੇ ਬੰਦਗੀ ਦੇ ਰਸਤੇ ਵੱਲੋਂ ਖੁੰਝ ਚੁੱਕੇ, ਭੁੱਲ ਚੁੱਕੇ, ਭਟਕ ਚੁੱਕੇ ਹਨ। ਤੇ ਭੁੱਲੇ ਹੋਇਆਂ ਨੂੰ ਕਦੀ ਥਾਂ ਨਹੀਂ ਮਿਲਿਆ ਕਰਦੀ ਕਿ ਉਹ ਆਪਣੇ ਟਿਕਾਣੇ ਤੇ ਪਹੁੰਚ ਜਾਣ। ਭੁੱਲੀ ਠੌਰ ਨਾ ਕਾਏ। ਠੌਰ ਦਾ ਅਰਥ ਹੈ ਠਿਕਾਣਾ, ਟਿਕਾਣਾ, ਜਗ੍ਹਾ। ਭੁੱਲੀ ਹੋਈ ਦੁਹਾਗਨ ਜੀਵ ਇਸਤਰੀ ਨੂੰ, ਮਨਮੁਖ ਨੂੰ ਠੌਰ ਨਾ ਕਾਏ। ਕਾਏ ਕਹੀਏ ਕਿਤੇ ਵੀ, ਕਿਤੇ ਢੋਈ ਨਹੀਂ ਮਿਲਦੀ, ਕਿਤੇ ਥਾਂ ਜਗ੍ਹਾ ਪ੍ਰਾਪਤ ਨਹੀਂ ਹੁੰਦੀ। ਗੁਰ ਬਿਨ ਕੋ ਨਾ ਦਿਖਾਵਈ, ਅੰਧੀ ਆਵੈ ਜਾਏ। ਜਦੋਂ ਬੰਦਾ ਰਸਤਾ ਭੁੱਲ ਜਾਏ, ਭੁੱਲਣ ਦਾ ਕਾਰਨ ਹੁੰਦਾ ਹੈ ਕਿ ਜਦੋਂ ਕਿਸੇ ਚਰਸਤੇ ਤੇ ਪਹੁੰਚ ਜਾਵੇ ਨਾ, ਰਾਹ ਦਾ ਪਤਾ ਨਾ ਹੋਵੇ ਤੇ ਸੜਕ ਖੱਬੇ ਸੱਜੇ ਨਿਕਲਦੀ ਹੋਵੇ ਤੇ ਬੰਦਾ ਭਰਮ 'ਚ ਪੈ ਜਾਂਦਾ ਕਿ ਕਿਹੜੇ ਪਾਸੇ ਜਾਣਾ ਹੈ। ਗੁਰੂ ਸਾਹਿਬ ਕਹਿੰਦੇ ਭਾਦੋਏ ਭਰਮ ਭੁਲਾਵਣੀਆਂ, ਭੁਲਾਵਣੀ ਦੂਜੇ ਲੱਗਾ ਹੇਤ। ਭਾਦੋਏ ਭਰਮ ਭੁੱਲੀ, ਭਰ ਜੋਬਨ ਪਛਤਾਣੀ। 2-12 ਮਾਹਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਭਾਦਰੋਂ ਮਹੀਨੇ ਦੁਆਰਾ ਸਮਝਾਇਆ ਕਿ ਜਦੋਂ ਦੂਜਾ ਭਾਵ ਆ ਜਾਵੇ ਸਮਝੋ ਕਿ ਉਹ ਮੋੜ ਆ ਗਿਆ ਹੈ। ਖੱਬੇ ਸੱਜੇ ਰਾਹ ਦੋ ਨਿਕਲ ਰਹੇ ਨੇ ਤੇ ਬੰਦੇ ਨੂੰ ਨਹੀਂ ਪਤਾ ਕਿ ਮੁੜਨਾ ਕਿੱਧਰ ਹੈ। ਗਲਤ ਰਾਹ ਤੇ ਪੈ ਗਿਆ, ਪੈਂਡਾ ਪੱਲੇ ਪਵੇਗਾ, ਮਿਹਨਤ ਮਸ਼ੱਕਤ ਥਕਾਵਟ ਪੱਲੇ ਪਵੇਗੀ, ਪਰ ਪਹੁੰਚੇਗਾ ਕਿਤੇ ਨਹੀਂ। ਸਹੀ ਰਸਤੇ ਤੇ ਤੁਰੇਗਾ ਤੇ ਮੰਜ਼ਿਲ ਜਿਹੜੀ ਹੈ ਉੱਥੇ ਆ ਜਾਵੇਗੀ, ਪਹੁੰਚ ਜਾਵੇਗਾ। ਗੁਰੂ ਸਾਹਿਬ ਕਹਿ ਰਹੇ ਨੇ ਗੁਰ ਬਿਨ ਕੋ ਨਾ ਦਿਖਾਵਈ। ਦਿਖਾਵੀ ਦਾ ਅਰਥ ਕੀ? ਵਿਖਾਉਣਾ। ਗੁਰੂ ਤੋਂ ਬਿਨਾ ਉਹ ਜਿਹੜਾ ਸਹੀ ਮਾਰਗ ਹੈ, ਆਤਮ ਮਾਰਗ, ਭਾਉ ਭਗਤੀ ਦਾ ਮਾਰਗ, ਆਪਣੇ ਸਰੂਪ ਨੂੰ ਵੇਖਣ ਵਾਲਾ ਰਸਤਾ, ਉਹ ਕੋਈ ਨਹੀਂ ਵਿਖਾ ਸਕਦਾ। ਗੁਰੂ ਹੀ ਉਸ ਰਾਹ ਤੇ ਤੋਰਦਾ ਹੈ। ਭੁੱਲੇ ਮਾਰਗ ਜਿਹਨੇ ਬਤਾਇਆ, ਭੁੱਲੇ ਹੋਇਆਂ ਨੂੰ ਜਿਨ੍ਹਾਂ ਨੇ ਮਾਰਗ ਦੱਸ ਦਿੱਤਾ। ਐਸਾ ਗੁਰ ਵਡ ਭਾਗੀ ਪਾਇਆ, ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਨਹੀਂ ਤਾਂ ਅੰਧੀ ਆਵੇ ਜਾਏ। ਅੰਧੀ ਦਾ ਅਰਥ ਹੈ ਅੰਨੀ, ਜਿਹਦੇ ਨੇਤਰ ਕੰਮ ਨਹੀਂ ਕਰਦੇ, ਅੱਖਾਂ ਤੋਂ ਅੰਨੀ ਜੀਵ ਰੂਪ ਇਸਤਰੀ ਆਵੇ ਜਨਮ ਲੈ ਕੇ ਆਉਂਦੀ ਜਾਏ, ਮਰ ਕਰਕੇ ਜਾਂਦੀ, ਆਵਾਗਮਨ ਦੇ ਚੱਕਰ ਵਿੱਚ ਪਈ ਭੜਕਦੀ ਹੈ। ਗੁਰੂ ਤੋਂ ਬਿਨਾਂ ਉਹ ਰਾਹ, ਉਹ ਰਸਤਾ ਜਿਹੜਾ ਪਰਮੇਸ਼ਰ ਦਾ ਦੀਦਾਰ ਕਰਵਾਉਣ ਵਾਲਾ ਹੈ, ਪਰਮੇਸ਼ਰ ਦੇ ਪ੍ਰਤੱਖ ਦੀਦਾਰ ਕਰਵਾਉਣੇ, ਗੁਰੂ ਤੋਂ ਬਿਨਾਂ ਸਾਹਿਬ ਕਹਿੰਦੇ ਕੋਈ ਪਰਮੇਸ਼ਰ ਨੂੰ ਨਹੀਂ ਵਿਖਾ ਸਕਦਾ। ਜਦੋਂ ਰਾਹ ਹੀ ਨਹੀਂ ਲੱਭਾ ਤੇ ਰੱਬ ਨੂੰ ਕਿਵੇਂ ਵੇਖਣਾ? ਸਾਹਿਬ ਕਹਿੰਦੇ ਗੁਰੂ ਹੀ ਉਹ ਮਾਰਗ ਵਿਖਾਉਂਦਾ ਹੈ। ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਇਹ ਬੰਦਾ ਠੱਗਿਆ, ਲੁੱਟਿਆ, ਪੁੱਟਿਆ ਕਿਉਂ ਜਾਂਦਾ? ਸਾਹਿਬ ਕਹਿੰਦੇ ਨੇ ਗਿਆਨ ਪਦਾਰਥ ਖੋਇਆ ਦਾ ਅਰਥ ਹੁੰਦਾ ਗਵਾ ਲਿਆ, ਚੁਰਾ ਲਿਆ। ਖੋਇਆ ਦਾ ਅਰਥ ਹੁੰਦਾ ਨਾਸ਼ ਕਰ ਲਿਆ, ਬਰਬਾਦ ਕਰ ਲਿਆ। ਹੈ ਤਾਂ ਕੋਲ ਸੀ ਗਿਆਨ ਪਦਾਰਥ, ਪਰ ਉਹ ਗਵਾ ਲਿਆ, ਗਵਾ ਬੈਠਾ, ਜਿਸ ਕਰਕੇ ਠੱਗਿਆ, ਵਿਕਾਰਾਂ ਦੇ ਅਧੀਨ ਹੋਇਆ, ਠੱਗਿਆ ਜਾਂਦਾ। ਤੇ ਮੁੱਠਾ ਦਾ ਅਰਥ ਹੁੰਦਾ ਹੈ ਲੁੱਟਿਆ ਜਾਣਾ। ਸੋ ਠੱਗਿਆ ਮੁੱਠਾ ਜਾਏ, ਆਪਣੇ ਜੀਵਨ ਦੀ ਪੂੰਜੀ ਸਰਮਾਏ ਨੂੰ ਲੁਟਾ ਪੁਟਾ ਕਰਕੇ ਠੱਗਿਆ ਹੋਇਆ, ਲੁੱਟਿਆ ਹੋਇਆ, ਫਿਰ ਇਸ ਲੋਕ ਤੋਂ ਪਰਲੋਕ ਨੂੰ ਚਲਿਆ ਜਾਂਦਾ ਹੈ ਤੇ ਗਿਆਨ ਪਦਾਰਥ ਗਵਾ ਬੈਠਦਾ ਹੈ। ਬਾਬਾ ਮਾਇਆ ਭਰਮ ਭੁਲਾਏ। ਹੁਣ ਸਵਾਲ ਪੈਦਾ ਹੁੰਦਾ ਕਿ ਅਜਿਹਾ ਕਿਉਂ ਹੁੰਦਾ, ਇਹਦਾ ਕਾਰਨ ਕੀ ਹੈ? ਤੇ ਇਸਲਾਮ ਮਤ ਵਾਲੇ ਮੁਸਲਮਾਨ ਲੋਕ ਕਹਿੰਦੇ ਸ਼ੈਤਾਨ ਦੇ ਕਾਰਨ ਹੈ। ਸ਼ੈਤਾਨ ਬੰਦੇ ਨੂੰ ਉਜਲੇ ਰਾਹ ਤੇ ਪਾਉਂਦਾ। ਸ਼ੈਤਾਨ ਖੁਦਾ ਦਾ ਵੈਰੀ ਹੈ, ਉਹਨਾਂ ਦੀ ਬਣਦੀ ਨਹੀਂ ਆਸ ਵਿੱਚ। ਇਸ ਵਾਸਤੇ ਸ਼ੈਤਾਨ ਹੀ ਬੰਦੇ ਨੂੰ ਭਰਮਾਉਂਦਾ ਹੈ, ਭਟਕਾਉਂਦਾ ਹੈ। ਗੁਰਮਤ ਵਿੱਚ ਉਸ ਸ਼ੈਤਾਨ ਦਾ ਨਾਮ ਹੀ ਮਾਇਆ ਹੈ। ਬਾਬਾ ਸਤਿਕਾਰਤ ਸ਼ਬਦ ਹੈ ਬਾਣੀ ਅੰਦਰ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ। ਬਾਬਾ ਮਾਇਆ ਭਰਮ ਭੁਲਾਏ। ਸਾਹਿਬ ਕਹਿ ਰਹੇ ਨੇ ਬਾਬਾ ਹੈ ਭਾਈ ਬਜ਼ੁਰਗੋ ਗੁਰਮੁਖੋ, ਮਾਇਆ ਭਰਮ ਭੁਲਾਏ। ਮੰਮੇ ਨੂੰ ਸਿਹਾਰੀ, ਇਸ ਦਾ ਅਰਥ ਹੈ ਭਰਮ। ਭਰਮ ਵਿੱਚ ਪਾ ਕੇ ਮਾਇਆ ਨੇ ਜੀਵ ਨੂੰ ਭੁਲਾ ਛੱਡਿਆ ਹੈ। ਮਾਇਆ ਭਟਕਾ ਰਹੀ ਹੈ ਤੇ ਭਰਮ ਕੋਈ ਇੱਕ ਨਹੀਂ ਹੈ। ਭਰਮ ਦਾ ਆਖਰੀ ਅਰਥ ਹੁੰਦਾ ਹੈ ਭੁਲੇਖਾ, ਦੁਬਦਾ, ਦੁਚਿੱਤਾਪਣ। ਇਹਨੂੰ ਭਰਮ ਕਹਿੰਦੇ ਹਨ। ਸ਼ੰਕਾ ਪੈ ਜਾਣੀ ਮਨ ਵਿੱਚ।
5 ਤਰ੍ਹਾਂ ਦਾ ਭਰਮ ਤਾਂ ਗ੍ਰੰਥਾਂ ਵਿੱਚ ਲਿਖਿਆ ਹੈ, ਤੇ ਪਤਾ ਨਹੀਂ ਕਿੰਨੇ ਤਰ੍ਹਾਂ ਦਾ ਭਰਮ ਮਨ ਵਿੱਚ ਪੈਦਾ ਹੋ ਜਾਏ। ਭੇਦ ਭਰਮ ਕਰਤੱਤ ਭਰਮ, ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਭੇਦ ਭਰਮ ਕੀ ਹੈ? ਪਰਮਾਤਮਾ ਨੂੰ ਆਤਮਾ ਸਰੂਪ ਨਾ ਮੰਨ ਕਰਕੇ ਉਹਦੇ 'ਚ ਅਨੇਕਾਂ ਭੇਦ ਕਲਪਨੇ, ਇਹਨੂੰ ਭੇਦ ਭਰਮ ਕਿਹਾ ਜਾਂਦਾ ਹੈ। ਰੱਬ ਵੱਲੋਂ ਵਖਰੇਵਾਂ, ਹਾਲਾਂਕਿ ਆਤਮਾ ਬ੍ਰਹਮ ਦੀ ਅੰਸ਼ ਹੈ। ਕਹੋ ਕਬੀਰ ਰਾਮ ਕੀ ਅੰਸ਼, ਪਰ ਉਸ ਗੱਲ ਨੂੰ ਮੰਨਣਾ ਹੀ ਨਾ ਕਿ ਆਤਮਾ ਬ੍ਰਹਮ ਦੀ ਅੰਸ਼ ਨਹੀਂ, ਬੰਦਾ ਆਪ ਹੀ ਸਭ ਕੁਛ ਹੈ। ਇਹਨੂੰ ਭੇਦ ਭਰਮ ਵਿਦਵਾਨ ਕਹਿੰਦੇ ਨੇ। ਕਰਤੱਤ ਭਰਮ ਕਹਿੰਦੇ ਨੇ ਕਰਤਾਪਨ ਨੂੰ, ਮੈਂ ਕੁਛ ਕਰਦਾ ਹਾਂ, ਮੈਂ ਨਾ ਕਰਦਾ ਤੇ ਹੋਣਾ ਹੀ ਨਹੀਂ ਸੀ, ਮੈਂ ਕਰਤਾ ਹਾਂ, ਮੈਂ ਧਰਤਾ ਹਾਂ, ਇਹਨੂੰ ਕਰਤੱਤ ਭਰਮ ਕਹਿੰਦੇ ਹਨ। ਸੰਗ ਭਰਮ ਹੈ ਤੀਜੇ ਨੰਬਰ ਤੇ। ਸੰਗ ਭਰਮ ਕਹਿੰਦੇ ਨੇ ਮੈਂ ਦੇਹ ਰੂਪ ਹਾਂ, ਮੈਂ ਸਰੀਰ ਰੂਪ ਹਾਂ, ਮੈਂ ਜੰਮਦਾ ਹਾਂ, ਮੈਂ ਮਰਦਾ ਹਾਂ, ਖਾਂਦਾ ਪੀਂਦਾ ਹਾਂ, ਇਹਨੂੰ ਸੰਗ ਭਰਮ ਕਿਹਾ ਵਿਦਵਾਨਾਂ ਨੇ। ਅੱਗੇ ਹੈ ਚੌਥੇ ਨੰਬਰ ਤੇ ਵਿਕਾਰ ਭਰਮ। ਸੰਸਾਰ ਜਿਹੜਾ ਜਗਤ ਹੈ ਨਾ, ਬ੍ਰਹਮ ਦਾ ਵਿਕਾਰ ਹੈ। ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਉਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਤਾਂ ਬ੍ਰਹਮ ਦਾ ਸਰੂਪ ਹੈ, ਤੁਸੀਂ ਬ੍ਰਹਮ ਦਾ ਵਿਕਾਰ ਕਹਿੰਦੇ ਹੋ। ਹੁਣ ਬੰਦੇ ਦੇ ਮਨ 'ਚ ਵਾਸ਼ਨਾ ਆਈ, ਵਿਕਾਰ ਭੋਗਿਆ, ਬੱਚੇ ਪੈਦਾ ਹੋ ਗਏ, ਸੋ ਉਹ ਵਾਸ਼ਨਾ ਤੋਂ ਹੀ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਵਿਦਵਾਨਾਂ ਕਹਿ ਦਿੱਤਾ ਜੀ, ਸੰਸਾਰ ਜਿਵੇਂ ਬੰਦੇ ਦੀ ਵਾਸ਼ਨਾ ਧੀਆਂ ਪੁੱਤਾਂ ਨੂੰ ਜਨਮ ਦਿੰਦੀ ਹੈ, ਤੇ ਬ੍ਰਹਮ ਦੀ ਵਾਸ਼ਨਾ ਸੰਸਾਰ ਨੂੰ ਜਨਮ ਦਿੰਦੀ ਹੈ। ਵਿਦਵਾਨ ਇਹ ਗੱਲ ਮੰਨਦੇ ਹਨ। ਇਹਨੂੰ ਉਹਨਾਂ ਨੇ ਨਾਮ ਦਿੱਤਾ ਹੈ ਵਿਕਾਰ ਭਰਮ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਆਨੰਦ ਸਾਹਿਬ ਦੇ ਅੰਦਰ ਹੀ ਇਹ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਤਾਂ ਪਰਮੇਸ਼ਰ ਦਾ ਸਰੂਪ ਹੈ, ਤੁਸੀਂ ਕਹਿੰਦੇ ਹੋਏ ਵਿਕਾਰ ਭਰਮ। ਇਹ ਬ੍ਰਹਮ ਦਾ ਵਿਕਾਰ ਨਹੀਂ, ਇਹ ਬ੍ਰਹਮ ਦੀ ਲੀਲਾ ਹੈ, ਖੇਡ ਹੈ, ਉਹਦਾ ਹੀ ਸਰੂਪ ਹੈ। ਇਹਨੂੰ ਵਿਕਾਰ ਭਰਮ ਕਹਿੰਦੇ ਹਨ। ਅੱਗੇ ਹੈ ਪੰਜਵੇਂ ਨੰਬਰ ਤੇ ਸਤਿਅਤਰ ਭਰਮ। ਸੰਸਾਰ ਨੂੰ ਸੱਚ ਮੰਨ ਕਰਕੇ ਉਹਦੇ 'ਚ ਸਤ ਬੁੱਧੀ ਕਲਪਿਤ ਕਰਨੀ, ਭਾਵ ਕਿ ਆਪਣੀ ਬੁੱਧੀ ਦੁਆਰਾ, ਅਕਲ ਦੁਆਰਾ ਸਮਝਣਾ ਕਿ ਸੰਸਾਰ ਸੱਤ ਹੈ, ਸਦੀਵੀ ਰਹਿਣ ਵਾਲਾ ਹੈ। ਇਹਨੂੰ ਸਤਿਅਤਰ ਭਰਮ ਕਹਿੰਦੇ ਨੇ। ਭੇਦ ਭਰਮ ਕਰਤੱਤ ਭਰਮ, ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। 5 ਤਰ੍ਹਾਂ ਦਾ ਸੰਸਾਰ 'ਚ ਭਰਮ ਹੈ। ਗੁਰੂ ਸਾਹਿਬ ਕਹਿੰਦੇ ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਇਹ ਭਰਮ ਮੇਟ ਦਵੋ ਕਿ ਸੰਸਾਰ ਸਦੀਵੀ ਰਹਿਣ ਵਾਲਾ ਹੈ। ਸੁਪਨੇ ਨਿਆਈ ਹੈ, ਅੱਖ ਖੁੱਲ ਗਈ ਤੇ ਸੁਪਨਾ ਟੁੱਟ ਜਾਂਦਾ ਹੈ। ਮਾਧਵੇ ਕਿਆ ਕਰੀਏ ਭਰਮ ਐਸਾ। ਹੁਣ ਭਰਮ ਕਿਹਨੂੰ ਕਹਿੰਦੇ ਨੇ? ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੋ ਜਿਹਾ ਸਮਝੀਏ, ਅਸਲੀਅਤ ਤੋਂ ਕੋਹਾਂ ਦੂਰ ਹੋਵੇ, ਸਚਾਈ ਬਿਲਕੁਲ ਨਾ ਹੋਵੇ, ਉਹਦਾ ਨਾਮ ਹੈ। ਪਾ ਕੇ ਭੁਲਾ ਦਿੱਤਾ ਹੈ ਭਰਮ ਭੁੱਲੀ ਦੋੜੀ ਅੰਕ ਸਮਾਏ। ਬਿਸਤਰੀ ਭੁੱਲੀ ਆਤਮਾਦ ਸੰਗਤ ਵੱਲੋਂ ਗੁਰੂ ਦੇ ਮਾਰਗ ਤੋਂ ਭੁੱਲੀ ਹੈ, ਭੁੱਲੀ ਗਈ ਹੈ। ਧਿਆਨ ਹੀ ਕੋਈ ਨਹੀਂ ਕਿ ਰਾਹ ਤੇ ਤੁਰਨਾ। ਉਹ ਕਿਵੇਂ ਮਾਲਕ ਦੇ ਦਰ ਘਰ ਵਿੱਚ ਪਹੁੰਚ ਸਕਦੀ? ਨਾ ਫਿਰ ਅੰਕ, ਅੰਕ ਦਾ ਅਖਰੀ ਅਰਥ ਹੁੰਦਾ ਗੋਦ, ਗੋਦੀ। ਇੱਥੇ ਭਾਵ ਅਰਥ ਹੈ ਸਰੂਪ, ਸਰੂਪ ਵਿੱਚ ਸਮਾਉਣਾ ਹੈ। ਨਾ ਫਿਰ ਕਹਿੰਦੇ ਪਤੀ ਨੂੰ। ਉਹ ਪਤੀ ਪਰਮਾਤਮਾ ਦੇ ਅੰਕ ਸਰੂਪ ਵਿੱਚ ਨਹੀਂ ਸਮਾ ਸਕਦੀ, ਉਹਦੀ ਸਮਾਈ ਨਹੀਂ ਹੋ ਸਕਦੀ। ਮਾਲਕ ਪਤੀ ਦੇ ਨਾਲ ਅਭੇਦਤਾ ਪ੍ਰਾਪਤ ਉਸਨੂੰ ਨਹੀਂ ਹੁੰਦੀ। ਅਗਨ ਜੀਵ ਰੂਪ ਇਸਤਰੀ ਭਰਮ ਵਿੱਚ ਪੈ ਕਰਕੇ ਆਤਮ ਮਾਰਗ ਤੋਂ ਸਰੂਪ ਵੱਲੋਂ ਭੁੱਲ ਚੁੱਕੀ ਹੈ। ਕਿ ਸਹਿਬ ਫਰਮਾਉਂਦੇ ਹਨ, ਭੁੱਲੀ ਫਿਰੈ ਦਸੰਤਰੀ, ਭੂਲੀ ਗ੍ਰਹ ਤਜ ਜਾਏ। ਇਹ ਜੀਵ ਰੂਪ ਇਸਤਰੀ ਭੁੱਲੀ ਫਿਰੈ, ਭੁੱਲੀ ਫਿਰਦੀ, ਭਟਕਦੀ ਫਿਰਦੀ ਹੈ, ਤੇ ਭੁੱਲ ਵਿੱਚ ਹੈ ਹੀ ਭਟਕਣਾ ਹੈ। ਦਸੰਤਰੀ ਦਰ ਤਾਂ ਸਾਡੇ ਸਾਹਮਣੇ ਹੀ ਹੈ, ਉੱਤਰ ਦੱਖਣ ਪੂਰਬ ਪੱਛਮ ਚਾਰ ਇਹਨਾਂ ਦੇ ਕੋਨੇ ਨਾਮ ਲਿਖੇ ਹਨ। ਇਸੇ ਤਰ੍ਹਾਂ ਬਣਦੇ ਨੇ। ਬਾਣੀ ਅੰਦਰ ਦਹਿ ਦਿਸ ਵਾਰ-ਵਾਰ ਦਸਾਂ ਦਿਸ਼ਾਂ ਦਾ ਜ਼ਿਕਰ, ਭਾਵ ਕਿ ਸਾਰੇ ਥਾਵਾਂ ਤੇ
ਭੁੱਲੀ ਗ੍ਰਹਿ ਤਜ ਜਾਏ, ਭੁੱਲੀ ਭਟਕੀ ਹੋਈ ਗ੍ਰਹਿ ਘਰ ਨੂੰ ਛੱਡ ਕੇ ਤੁਰ ਜਾਂਦੀ ਹੈ। ਘਰ ਕਿਹੜਾ ਹੈ? ਹਿਰਦਾ ਰੂਪੀ ਘਰ, ਸਾਧ ਸੰਗਤ ਰੂਪੀ ਘਰ, ਸਰੂਪ ਰੂਪੀ ਘਰ। ਇਹਨੂੰ ਛੱਡ ਕਰਕੇ ਜੀਵ ਰੂਪੀ ਇਸਤਰੀ ਭੁੱਲੀ ਫਿਰਦੀ, ਦਸਾਂ ਦਿਸ਼ਾਵਾਂ 'ਚ ਭਟਕਦੀ ਫਿਰਦੀ ਹੈ। ਤਾਂ ਇਹ ਸਾਹਿਬਾਂ ਕਿਹਾ ਨਾ ਕਿ ਭਾਈ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਘਰ ਵਿੱਚ ਬੈਠ ਜਾਓ। ਤੇ ਜਿਹਨੇ ਗ੍ਰਹਿ ਛੱਡ ਦਿੱਤਾ ਨਾ, ਗ੍ਰਹਿ ਤਾਂ ਬਾਨਖੰਡ ਜਾਈਏ ਚੁਨ ਖਾਈ ਦਾ ਵਾਸਤੇ ਨਹੀਂ ਸਾਹਿਬ ਕਹਿੰਦੇ। ਘਰ ਪਰਿਵਾਰ ਤਾਂ ਚਾਹੀਦਾ ਹੈ, ਹਾਂ ਉਹਦੇ ਮੋਹ ਵਿੱਚ ਨਾ ਫਸੇ। ਆਤਮ ਮਾਰਗ ਦਾ ਰਸਤੇ 'ਚ ਭੁੱਲੀ ਭਟਕੀ ਫਿਰਦੀ ਮਾਇਆ ਦੇ ਅਧੀਨ ਹੋਈ ਹੈ। ਭੂਲੀ ਡੂੰਗਰ ਥਲ ਕਿੱਥੇ ਫਿਰਦੀ? ਸਾਹਿਬ ਕਹਿੰਦੇ ਡੂੰਗਰ, ਡੂੰਗਰ ਕਹਿੰਦੇ ਨੇ ਪਹਾੜ ਨੂੰ, ਪਹਾੜਾਂ ਤੇ ਚੜੀ ਫਿਰਦੀ ਹੈ। ਸੁਰਤ ਜਿਹੜੀ ਹੈ ਪਤਾ ਨਹੀਂ ਕਿੰਨੇ ਥਾਵਾਂ ਤੇ ਫਿਰਦੀ। ਸਰੀਰ ਭਾਵੇਂ ਨਾ ਹੀ ਪਹਾੜ ਤੇ ਚੜੇ ਹਾਂ, ਤੇ ਸੁਰਤ ਕਦੀ ਨਿਵਾਣਾ ਵਾਲੇ ਪਾਸੇ, ਕਦੀ ਉਚਾਈਆਂ ਵਾਲੇ ਪਾਸੇ। ਥਲ ਚੜੇ, ਥਲ ਦਾ ਅਰਥ ਇੱਥੇ ਟਿੱਬੇ ਹੈ, ਚੜੇ ਤੋਂ ਭਾਵ ਚੜ੍ਹਨਾ ਹੈ। ਉੱਚੀਆਂ ਨੀਵੀਆਂ ਥਾਵਾਂ ਤੇ ਸੁਰਤ ਫਿਰਦੀ ਰਹਿੰਦੀ ਹੈ। ਜੀਵ ਰੂਪ ਇਸਤਰੀ ਭੁੱਲੀ ਭਟਕਦੀ ਹੈ। ਤੇ ਜਦੋਂ ਭਰਮ ਹੈ, ਭਰਮ ਦੀ ਨਾ ਮਨ ਡੁਲਾਏ, ਮਨ ਡੋਲਦਾ ਹੈ। ਜਿੰਨਾ ਚਿਰ ਭਰਮ ਵਿੱਚ ਹੈ ਉਹਨਾਂ ਚਿਰ ਮਨ ਡੋਲੇਗਾ। ਤੇ ਡੋਲਣ ਤੇ ਚੂਕਾ ਠਹਿਰਾਇਆ। ਜਦੋਂ ਮਨ ਠਹਿਰ ਗਿਆ, ਟਿਕ ਗਿਆ, ਫਿਰ ਡੋਲਣ ਭਟਕਣ ਵੱਲੋਂ ਚੁੱਕ ਜਾਂਦਾ, ਦੂਰ ਹੋ ਜਾਂਦਾ ਹੈ। ਸੋ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਥਾਵਾਂ ਪਰ ਥਾਵਾਂ, ਉੱਚੇ ਨੀਵੇਂ ਥਾਵਾਂ, ਪਹਾੜਾਂ ਤੇ ਜੀਵ ਰੂਪ ਇਸਤਰੀ ਭਟਕਦੀ ਫਿਰਦੀ ਹੈ। ਕਿਤੇ ਵੀ ਮਨ ਠਹਿਰਦਾ ਟਿਕਦਾ ਨਹੀਂ ਹੈ। ਭਰਮ ਦੇ ਕਾਰਨ ਮਨ ਨੂੰ ਟਿਕਾ ਪ੍ਰਾਪਤ ਨਹੀਂ ਹੁੰਦਾ। ਧੁਰੋ ਵਿਸ਼ੁੰਨੀ ਕਿਉ ਮਿਲੈ, ਗਰਭ ਮੁਠੀ ਬਿਲ ਲਾਏ। ਜਿਹੜੀ ਧੁਰੋਂ ਹੀ ਵਿਸ਼ੁੰਨੀ ਰੱਬ ਨੇ ਵਿਛੋੜ ਦਿੱਤੀ, ਜਿਹਦੇ ਭਾਗ ਹੀ ਇਹੋ ਜਿਹੇ ਨੇ, ਮੰਦੇ ਭਾਗ ਜਿਨ੍ਹਾਂ ਦੇ ਨੇ। ਪੂਰਬਲੇ ਭਾਗ ਜਿਹਦੇ ਸਾਥ ਨਹੀਂ ਦਿੰਦੇ। ਧੁਰੋਂ ਧੁਰ ਦਰਗਾਹ ਤੋਂ ਵਿਸ਼ੁੰਨੀ ਜਿਹੜੀ ਵਿਛੜੀ ਹੋਈ ਹੈ, ਜਿਹਦੇ ਭਾਗਾਂ 'ਚ ਮਿਲਾਪ ਲਿਖਿਆ ਹੀ ਨਹੀਂ, ਕਿਉਂ ਮਿਲਾ? ਕਿਵੇਂ ਮਿਲ ਸਕਦੀ ਹੈ? ਨਹੀਂ ਮਿਲ ਸਕਦੀ। ਸੋ ਗਰਭ ਮੁੱਠੀ ਬਿਲ ਲਾਏ। ਗਰਭ ਦਾ ਅਰਥ ਇੱਥੇ ਹੰਕਾਰ। ਗੱਗਾ ਰਾਰਾ ਬੱਬਾ ਗਰਭ, ਗੱਗਾ ਰਾਰਾ ਭੱਬਾ ਗਰਭ। ਦੋਵਾਂ ਪਾਠਾਂ ਦੇ ਉਚਾਰਨ ਵਿੱਚ ਵੀ ਅੰਤਰ ਫਰਕ ਹੈ, ਅਰਥ ਵਿੱਚ ਵੀ ਫਰਕ ਹੈ। ਜਦੋਂ ਅਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਉਹ ਇਹੀ ਬਚਨ ਲਿਖਿਆ ਹੈ ਉੱਥੇ ਵੀ ਕਿ ਜਿਹੜੇ ਗੁਰਮੁਖ ਜਨ ਆਪਣੇ ਆਪ ਨੂੰ ਨਿਮਰਤਾ ਭਾਵ ਵਿੱਚ ਰੱਖਦੇ ਨੇ, ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਅਹੰਕਾਰ। ਗਰਭ ਦਾ ਅਰਥ ਹੈ ਹੰਕਾਰ। ਹੰਕਾਰ ਵਿੱਚ ਭੱਬਾ ਹੋਵੇ ਗਰਭ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਾਰੇ। ਉੱਥੇ ਮਾਂ ਦਾ ਗਰਭ ਹੈ, ਇੱਥੇ ਹੈ ਹੰਕਾਰ। ਗਰਭ ਮੁੱਠੀ ਬਿਲ ਲਾਏ। ਹੰਕਾਰ ਦੇ ਵਿੱਚ ਹੀ ਮੁੱਠੀ ਲੁੱਟੀ ਗਈ। ਫਿਰ ਜਦੋਂ ਲੁੱਟੀ ਗਈ, ਫਿਰ ਬਿਲਾਏ ਵਿਰਲਾਪ ਕਰਦੀ ਰੋਂਦੀ ਹੈ। ਵਿਛੜਿਆ ਗੁਰ ਮੇਲ ਸੀ, ਹਰ ਰਸ ਨਾਮ ਪਿਆਰ। ਹੁਣ ਪਹਿਲਾਂ ਮਨਮੁਖ ਜੀਵ ਇਸਤਰੀ ਦੀ ਮਨ ਵਿਹੜੇ ਮਾਇਆ ਵਿਹੜੇ ਮਨ ਦੀ ਸਥਿਤੀ ਹਾਲਤ ਬਿਆਨ ਕਰਕੇ ਹੁਣ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਕਿਵੇਂ ਜਾ ਸਕਦੀ ਹੈ ਜੀਵ ਇਸਤਰੀ, ਮਿਲਾਪ ਕਿਵੇਂ ਹੋ ਸਕਦਾ, ਉਹ ਰਾਹ ਦੱਸ ਰਹੇ ਨੇ। ਵਿਛੜਿਆ ਗੁਰ ਮੇਲ ਸੀ, ਇਹ ਨਹੀਂ ਕਿਹਾ ਕਿ ਤੁਸੀਂ ਵਿਛੜ ਗਏ ਤੇ ਹੁਣ ਤੁਹਾਡਾ ਮਿਲਾਪ ਹੀ ਨਹੀਂ ਹੋਣਾ, ਤੁਸੀਂ ਸਾਰੀ ਉਮਰ ਭਟਕੋ। ਸਾਹਿਬ ਕਹਿੰਦੇ ਨਹੀਂ ਭਾਈ, ਵਿਛੜਿਆ ਗੁਰ ਮੇਲ ਸੀ। ਜਿਹੜਾ ਗੁਰੂ ਹੈ ਵਿਛੜਿਆ ਹੋਇਆਂ ਨੂੰ ਮਿਲਣ ਵਾਲਾ ਹੈ। ਗੁਰੂ ਉਹ ਬਸੀਠ ਹੈ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਵਿਛੜਿਆਂ ਨੂੰ ਮਿਲਣ ਦਾ ਕੰਮ ਹੀ ਗੁਰੂ ਦਾ ਹੈ। ਗੁਰੂ ਆਉਂਦਾ ਹੀ ਸੰਸਾਰ ਤੇ ਇਸ ਵਾਸਤੇ ਕਿ ਭੁੱਲੀਆਂ ਭਟਕੀਆਂ ਆਤਮਾ ਨੂੰ ਅਕਾਲ ਪੁਰਖ ਨਾਲ ਮੇਲ ਦੇਵੇ। ਵਿਛੜਿਆ ਗੁਰ ਮੇਲ ਸੀ, ਗੁਰੂ ਮੇਲ ਸੀ ਮੇਲ ਦਿੰਦਾ ਹੈ। ਹਰ ਰਸ ਨਾਮ ਪਿਆਰ, ਹਰੀ ਦੇ ਨਾਮ ਨਾਲ ਪਿਆਰ ਪਾ ਕੇ ਤੇ ਜੀਵਨ ਵਿੱਚ ਰਸ ਭਰ ਦਿੰਦਾ ਹੈ। ਨਾਮ ਦੇ ਰਸ ਦੁਆਰਾ ਜੀਵਨ ਸਰਸ਼ਾਰ
ਜੀਵ ਇਸਤਰੀ ਪਰਮਾਤਮਾ ਨਾਲ ਮਿਲ ਜਾਂਦੀ ਹੈ। ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ। ਇਹੋ ਜੀ ਗੁਰਮੁਖ ਜੀਵ ਇਸਤਰੀ ਸਾਚ ਤੇ ਸਹਿਜ, ਸੱਚ ਨਾਲ ਜੁੜ ਕੇ ਸਹਿਜ ਗਿਆਨ ਨੂੰ ਪ੍ਰਾਪਤ ਕਰਦੀ, ਆਤਮਿਕਤਾ ਵਿੱਚ ਸੱਚ ਵਿੱਚ ਲੀਨ ਹੋ ਗਈ, ਸਹਿਜ ਅਵਸਥਾ ਵਿੱਚ ਟਿਕ ਗਈ, ਉਹਨੂੰ ਫਿਰ ਇਹ ਸ਼ੋਭਾ ਸਹਿਜ ਕਰਨ ਦਾ ਕਾਰਨ ਹੈ ਹਰ ਗੁਣ ਨਾਮ ਗਾਉਣਾ, ਤੇ ਨਾਮ ਦਾ ਆਧਾਰ ਹੁੰਦਾ ਆਸਰਾ ਲੈਣਾ। ਗੁਰੂ ਹਰੀ ਦਾ ਆਧਾਰ ਆਸਰਾ ਕਾਇਮ ਕਰ ਦਿੰਦਾ ਹੈ, ਜਿਸ ਕਰਕੇ ਗੁਰਮੁਖ ਜੀਵ ਇਸਤਰੀ ਬਣ ਕੇ, ਮਨਮੁਖ ਤੋਂ ਗੁਰਮੁਖ ਬਣ ਕੇ ਫਿਰ ਘਣੀ ਸ਼ੋਭਾ, ਭਾਰੀ ਸ਼ੋਭਾ ਪ੍ਰਾਪਤ ਕਰ ਲੈਂਦੀ ਹੈ। ਜਿਉ ਭਾਵੈ ਤਿਉ ਰਖ ਤੂੰ, ਮੈਂ ਤੁਝ ਬਿਨ ਕਵਨ ਪਤਾਰ। ਅਕਾਲ ਪੁਰਖ ਦੇ ਚਰਨਾਂ 'ਚ ਨਿਮਰਤਾ ਪੂਰਵਕ ਬੇਨਤੀਆਂ ਕਰਦੀ, ਮਾਲਕਾ ਜਿਉ ਭਾਵੇ ਤਿਉ ਰੱਖ ਤੂੰ, ਜਿਵੇਂ ਤੈਨੂੰ ਭਾਉਂਦਾ ਸਾਨੂੰ ਰੱਖ ਲੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਾਵਨ ਬਚਨ ਜੋ ਅਸੀਂ ਬਹੁਤ ਵਾਰੀ ਪੜ੍ਹਦੇ ਸੁਣਦੇ ਹਾਂ, ਜਿਸ ਦੇ ਅੰਦਰ ਵੀ ਸਾਹਿਬਾਂ ਨੇ ਇਹੀ ਭਾਵ ਰੱਖਿਆ ਹੈ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ। ਮਾਲਕਾ ਅਸੀਂ ਤੇਰਿਆ ਤੇਰੇ ਹਾਂ, ਜਿਵੇਂ ਤੂੰ ਜਾਣਦਾ, ਜਿਵੇਂ ਤੈਨੂੰ ਭਾਉਂਦਾ ਤੂੰ ਸਾਡੀ ਰੱਖਿਆ ਕਰ। ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ, ਕੀਤੇ ਗਾਣੋ ਅਸੰਖ ਅਵਗਨ ਮੇਰਿਆ। ਮੇਰੇ ਇੰਨੇ ਅਸੰਖ ਬੇਗਿਣਤ ਅਵਗਨ ਉਹ ਗਿਣੇ ਨਹੀਂ ਜਾ ਸਕਦੇ। ਤੂੰ ਮਾਲਕ ਹੈ, ਬਖਸ਼ਣ ਵਾਲਾ ਹੈ, ਕਿਰਪਾ ਕਰਕੇ ਜਿਵੇਂ ਤੈਨੂੰ ਭਾਉਂਦਾ ਹੈ ਤੂੰ ਸਾਡੀ ਰੱਖਿਆ ਕਰ। ਜਿਉਂ ਭਾਵੇ ਤਿਉਂ ਰੱਖ ਤੂੰ, ਜਿਵੇਂ ਤੈਨੂੰ ਚੰਗਾ ਲੱਗਦਾ। ਅਸੀਂ ਆਪਣੀ ਮਤ ਬੁੱਧ ਵਰਤੀ ਨਾ, ਫਿਰ ਪਿੱਛੇ ਰਹਿ ਜਾਵਾਂਗੇ। ਇਸ ਵਾਸਤੇ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਸਾਡੀ ਰੱਖਿਆ ਕਰ। ਮੈਂ ਤੁਝ ਬਿਨ ਕਵਨ ਪਤਾਰ, ਪਤਾਰ ਹੁੰਦਾ ਪਤੀ। ਮਾਲਕਾ ਤੇਰੇ ਤੋਂ ਬਿਨਾ ਹੋਰ ਮੇਰਾ ਕਿਹੜਾ ਖਸਮ ਹੈ ਜਿਹਦੇ ਕੋਲ ਜਾਵਾਂ ਫਰਿਆਦ ਕਰਾਂ। ਤੂੰ ਹੀ ਮੇਰਾ ਪਤਾਰ ਪਤੀ ਖਸਮ ਹੈ, ਤੇਰੇ ਅੱਗੇ ਅਰਦਾਸ ਕਰਨੀ ਨਾ ਬੇਨਤੀ ਕਰਨੀ ਹੈ। ਤੂੰ ਹੀ ਵਿਛੜੀ ਹੋਈ ਨੂੰ ਗੱਲ ਨਾਲ ਲਾਉਂਦਾ ਹੈ, ਆਨੰਦ ਸੁਖ ਤੇ ਖੇੜਾ ਬਖਸ਼ਿਸ਼ ਕਰਦਾ ਹੈ। ਇਸ ਵਾਸਤੇ ਤੇਰੇ ਤੋਂ ਬਿਨਾ ਕੋਈ ਮੇਰਾ ਵਾਲੀ ਵਾਰਸ ਨਹੀਂ ਹੈ, ਮੇਰੀ ਸਹਾਇਤਾ ਕਰਨ ਵਾਲਾ ਨਹੀਂ। ਤੂੰ ਹੀ ਮੇਰਾ ਸੱਚਾ ਤੇ ਸੁੱਚਾ ਪਤਾਰ ਪਤੀ ਹੈ। ਤੁਝ ਬਿਨ ਕਵਨ ਪਤਾਰ, ਤੇਰੇ ਤੋਂ ਬਿਨਾ ਹੋਰ ਕਿਹੜਾ ਮੇਰਾ ਪਤੀ ਹੋ ਸਕਦਾ, ਹੈ ਹੀ ਨਹੀਂ ਹੈ। ਮੈਂ ਕਦੀ ਮਨ 'ਚ ਫੁਰਨਾ ਸੰਕਲਪ ਹੀ ਨਹੀਂ ਲਿਆਂਦਾ ਕਿ ਕੋਈ ਹੋਰ ਵੀ ਖਸਮ ਹੈ। ਸਾਹਿਬ ਕਹਿੰਦੇ ਇਸ ਵਾਸਤੇ ਤੂੰ ਹੀ ਮੇਰਾ ਸੱਚਾ ਤੇ ਸੁੱਚਾ ਪਤੀ ਹੈ। ਸੋ ਸਮਾਂ ਸਮਾਵਤ ਹੈ। ਅਗਲੇ ਬੰਦਾਂ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੇਮ ਪਦਾਰਥ ਦਾ ਔਰ ਨਾਲ ਨਾਲ ਨਾਮ ਪਦਾਰਥ ਦਾ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ ਆਪਾਂ ਅਗਲੇ ਸਮੇਂ ਦੇ ਅੰਦਰ ਧੁਰਕੀ ਬਾਣੀ, ਅੰਮ੍ਰਿਤ ਬਾਣੀ ਦੀ ਵਿਚਾਰ ਕਰਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਵੱਤ ਬਖਸ਼ਣੀ ਕਿਰਪਾ ਕਰਨੀ ਜੀ। ਸੁਲਤਾਨ ਉਲ ਕੌਮ, ਕੌਮ ਦੇ ਸ਼ਹਿਨਸ਼ਾਹ ਬਾਦਸ਼ਾਹ, ਗੁਰੂ ਪੰਥ ਵੱਲੋਂ ਸਵਾਰੇ ਸਾਜੇ ਨਵਾਜੇ, ਗੁਰੂ ਵੱਲੋਂ ਵਰਸਾਏ ਹੋਏ, ਧੰਨ ਮਾਤਾ ਸੁੰਦਰ ਕੌਰ ਜੀ ਵੱਲੋਂ ਵੱਡੀਆਂ ਸੇਵਾਵਾਂ ਜਿਨ੍ਹਾਂ ਦੀ ਝੋਲੀ 'ਚ ਪਾਈਆਂ, ਐਸੇ ਮਹਾਨ ਗੁਰਮੁਖ ਗੁਰਸਿੱਖ ਪਿਆਰੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਦਾ ਅੱਜ ਜਨਮ ਦਿਹਾੜਾ। ਆਪ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਜੀ। ਇਹੋ ਜਿਹੇ ਪੰਥ ਸੇਵਕ ਗੁਰਸਿੱਖ ਸੰਸਾਰ 'ਤੇ ਵਾਰ-ਵਾਰ ਆਉਂਦੇ ਰਹਿਣ, ਜੋ ਪੰਥ ਨੂੰ ਸੁਚੱਜੀ ਅਗਵਾਈ ਦੇ ਕਰਕੇ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਲੈ ਕਰਕੇ ਜਾਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਤੁਛ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਸਮਾਪਤੀ ਹੈ ਜੀ। ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ, ਸਾਜ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ।
ਜਿਉ ਭਾਵੈ ਤਿਉ ਰਖ ਤੂੰ, ਮੈਂ ਤੁਝ ਬਿਨ ਕਵਨ ਪਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਵਾਰ ਵਾਰ ਭਰੀਆਂ ਆਈਆਂ। ਆਇਆ ਕਹੈ ਨਾਨਕ ਆਨੰਦ ਹੋਆ। ਸਤਿ ਕੇ ਮਨ ਲਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀ ਘਾਰ, ਤਾਂ ਹੈ ਜਿਸ ਦੇਹ ਸੋ ਪਾਵੈ। ਤੇਰੀ ਨਾਮ ਮਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਈਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਨਹੁ ਸੰਤ ਹੋ। ਸ਼ਬਦ ਧਰੋ ਪਿਆਰੋ, ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ। ਪੰਜ ਦੂਤ ਤੁਧ ਵਸ ਕੀਤੇ, ਕਾਲ ਤੁਰ ਕਰਮ ਪਾਇਆ। ਤੁਮ ਹਰ ਕੈ ਲਾਗੇ, ਕਹੈ ਤਿਤ ਘਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਨ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।